So students, in this video we are going to start the topic population attributes. So before ਅਸੀਂ ਇਸ topic ਨੂੰ ਪੜ੍ਹੀਏ, let us first discuss biotic community and simple population. Biotic community ਸਾਡੇ ਕੋਲ ਕੀ ਹੈ? Group of populations. ਕਿਹੜੀਆਂ population ਦਾ group which are interdependent, ਜਿਹੜੇ ਇੱਕ ਦੂਜੇ ਨਾਲ ਤੇ ਨਿਰਭਰ ਕਰਦੀਆਂ and interacting, ਜਿਹੜੇ ਇੱਕ ਦੂਜੇ ਨਾਲ interact ਕਰਦੀਆਂ of different species which live together in a given locality. ਇੱਕ locality ਦੇ ਵਿੱਚ ਜਿਹੜੀਆਂ populations ਰਹਿ ਰਹੀਆਂ ਨੇ, ਜਿਹੜੀਆਂ ਇੱਕ ਦੂਜੇ ਤੇ ਡਿਪੈਂਡ ਕਰਦੀਆਂ ਨੇ ਤੇ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਨੇ, ਉਹ ਗਰੁੱਪ ਆਫ ਪੋਪੂਲੇਸ਼ਨਸ ਨੂੰ ਉਹ ਗਰੁੱਪ ਆਫ ਪੋਪੂਲੇਸ਼ਨਸ ਮਿਲ ਕੇ ਕੀ ਬਣਾਉਂਦੇ ਹੈ? ਬਾਇਓਟਿਕ ਕਮਿਊਨਿਟੀ, ਰਾਈਟ? ਦੈਨ ਇਜ਼ ਪੋਪੂਲੇਸ਼ਨ। ਇਹ ਪੋਪੂਲੇਸ਼ਨਸ ਦਾ ਗਰੁੱਪ ਹੈ। ਕੱਲੀ ਪੋਪੂਲੇਸ਼ਨ ਕੀ ਹੈ? ਇੰਡੀਵਿਜੂਅਲਸ ਦਾ ਗਰੁੱਪ। ਸੋ ਇਟ ਇਜ਼ ਦ ਗਰੁੱਪ ਆਫ ਇੰਡੀਵਿਜੂਅਲਸ ਆਫ ਦ ਸੇਮ ਸਪੀਸ਼ੀਜ਼। ਇੱਕੋ ਸਪੀਸ਼ੀ ਦੇ ਇੰਡੀਵਿਜੂਅਲਸ ਦਾ ਗਰੁੱਪ ਜਿਹੜੇ ਇੱਕੋ ਹੀ ਏਰੀਆ 'ਚ ਰਹਿੰਦੇ ਨੇ ਤੇ ਇੱਕ ਤਰ੍ਹਾਂ ਕਹਿ ਲਓ ਇੱਕ ਇਕਾਈ, ਇੱਕ ਯੂਨਿਟ ਦੀ ਤਰ੍ਹਾਂ ਕੰਮ ਕਰਦੇ ਨੇ ਆਫ ਬਾਇਓਟਿਕ ਕਮਿਊਨਿਟੀ। ਠੀਕ ਹੈ ਜੀ। ਪੋਪੂਲੇਸ਼ਨ ਗਰੁੱਪ ਆਫ ਇੰਡੀਵਿਜੂਅਲਸ ਹੈ ਤੇ ਬਾਇਓਟਿਕ ਕਮਿਊਨਿਟੀ ਕੀ ਹੈ? ਗਰੁੱਪ ਆਫ ਪੋਪੂਲੇਸ਼ਨਸ ਜਿਹੜੀਆਂ ਇੱਕ ਦੂਜੇ 'ਤੇ ਡਿਪੈਂਡ ਕਰਦੀਆਂ ਨੇ ਤੇ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਨੇ। ਸੋ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ, ਪੋਪੂਲੇਸ਼ਨ ਐਟਰੀਬਿਊਟਸ। ਇਹਦੇ 'ਚ ਅਸੀਂ 7-8 ਚੀਜ਼ਾਂ ਡਿਸਕਸ ਕਰਨੀਆਂ ਨੇ। ਨੰਬਰ 1 ਇਜ਼ ਬਰਥ ਰੇਟ। ਅਸੀਂ EVS 'ਚ ਵੀ ਪੜ੍ਹਦੇ ਹਾਂ ਬਰਥ ਰੇਟ, ਨਟੈਲਿਟੀ, ਨੰਬਰ ਆਫ ਬਰਥ ਪਰ 1000 ਇੰਡੀਵਿਜੂਅਲ ਪਰ ਈਅਰ। ਹਰ ਸਾਲ ਹਰ 1000 ਬੰਦੇ ਮਗਰ ਕਿੰਨੇ ਬਰਥ ਹੁੰਦੇ ਨੇ, ਦੈਟ ਇਜ਼ ਬਰਥ ਰੇਟ। ਤੁਹਾਨੂੰ ਪਤਾ ਹੀ ਹੈ ਜਦੋਂ 10 ਸਾਲ ਬਾਅਦ ਸੈਂਸਸ ਹੁੰਦਾ ਹੈ, ਸੈਂਸਸ 10 ਈਅਰਸ ਬਾਅਦ ਹੁੰਦਾ ਨਾ, ਸੋ ਉਹਦੇ ਵਿੱਚ ਸਭ ਚੀਜ਼ਾਂ ਕੈਲਕੂਲੇਟ ਹੁੰਦੀਆਂ ਨੇ। ਬਰਥ ਰੇਟ ਕਿੰਨਾ ਹੈ, ਡੈਥ ਰੇਟ ਕਿੰਨਾ ਹੈ, ਸੈਕਸ ਰੇਸ਼ੀਓ ਕਿੰਨੀ ਹੈ, ਰਾਈਟ? ਸੋ ਦੈਨ ਇਜ਼ ਡੈਥ ਰੇਟ ਔਰ ਮੋਰਟੈਲਿਟੀ। ਜਿਹਦਾ ਇੱਥੇ ਨੰਬਰ ਆਫ ਬਰਥ ਸੀ, ਹੁਣ ਇੱਥੇ ਕੀ ਹੈ? ਨੰਬਰ ਆਫ ਡੈਥਸ। ਬਾਕੀ ਗੱਲ ਸੇਮ ਹੈ, ਪਰ 1000 ਇੰਡੀਵਿਜੂਅਲ ਪਰ ਈਅਰ। ਠੀਕ ਹੈ ਜੀ। ਸੋ ਇੱਕ ਇੱਥੇ ਚੀਜ਼ ਨੋਟ ਕਰ ਲਓ, ਰੇਟ ਆਫ ਨੈਚੁਰਲ ਇਨਕਰੀਜ਼ ਆਰ ਕੀ ਹੁੰਦਾ? ਬਰਥ ਰੇਟ ਮਾਈਨਸ ਡੈਥ ਰੇਟ। ਓਬਵੀਅਸਲੀ ਜੇ ਬਰਥ ਰੇਟ ਜ਼ਿਆਦਾ ਹੈ, ਡੈਥ ਰੇਟ ਘੱਟ ਹੈ, ਤਾਂ ਮਾਈਨਸ ਕਰੋਗੇ, ਪਲੱਸ ਵਿੱਚ ਇੱਕ ਆਏਗੀ ਨੰਬਰ, ਤਾਂ ਉਹ ਕੀ ਹੋ ਜਾਏਗਾ? ਕਿੰਨਾ ਨੈਚੁਰਲੀ ਇਨਕਰੀਜ਼ ਕਰ ਰਹੀ ਹੈ ਪੋਪੂਲੇਸ਼ਨ। ਦੈਨ ਥਰਡ ਡੈਫੀਨੇਸ਼ਨ ਇਜ਼ ਸੈਕਸ ਰੇਸ਼ੀਓ। ਸੈਕਸ ਰੇਸ਼ੀਓ ਕੀ ਹੁੰਦੀ ਹੈ? ਨੰਬਰ ਆਫ ਫੀਮੇਲ ਪਰ 1000 ਮੇਲਸ। ਇੱਕ ਪੋਪੂਲੇਸ਼ਨ ਦੇ ਵਿੱਚ ਹਰ 1000 ਮੇਲ ਦੇ ਮਗਰ ਕਿੰਨੀਆਂ ਫੀਮੇਲਸ ਨੇ। ਇਹ ਵੀ ਤੁਸੀਂ ਦੇਖੋ, ਸੈਕਸ ਰੇਸ਼ੀਓ ਵੀ ਹਰ 10 ਸਾਲ ਬਾਅਦ ਜਦੋਂ ਸੈਂਸਸ ਆਉਂਦਾ, ਇਹ ਚੀਜ਼ ਵੀ ਹਰ ਸਟੇਟ ਦੀ ਦੱਸੀ ਜਾਂਦੀ ਹੈ ਕਿੰਨੀ ਕਿੰਨੀ ਹੈ। ਦੈਨ ਏਜ ਡਿਸਟਰੀਬਿਊਸ਼ਨ। ਏਜ ਡਿਸਟਰੀਬਿਊਸ਼ਨ ਸਾਡੇ ਕੋਲ ਕੀ ਹੈ? percentage of organism of various age groups in a population. percentage of organism of various age group. ਸਪੋਜ਼ ਆਪਾਂ ਇੱਕ ਏਜ ਦੀ ਗਰੁੱਪਿੰਗ ਬਣਾ ਲੈਂਦੇ ਹਾਂ, ਆਪਾਂ ਆਪਣੇ ਆਪ ਸਪੋਜ਼ ਆਪਾਂ ਬਣਾਉਂਦੇ ਹਾਂ। ਇੱਕ ਆਪਾਂ ਏਜ ਗਰੁੱਪ ਬਣਾ ਲਿਆ, ਸਮਝ ਲਓ ਸੇ 0 to 20 ਈਅਰਸ ਤੱਕ। ਇੱਕ ਆਪਾਂ 20 to 40 ਬਣਾ ਲਿਆ, ਇੱਕ 40 to 60 ਬਣਾ ਲਿਆ। ਇਹ ਡਿਫਰੈਂਟ ਏਜ ਗਰੁੱਪਸ ਹੋ ਗਏ। ਠੀਕ ਹੈ ਜੀ। ਸੋ ਉਹਦੇ ਵਿੱਚ ਕਿੰਨੀ ਆਰਗੇਨਿਜ਼ਮ ਦੀ ਪਰਸੈਂਟੇਜ ਹੈ, ਉਹਨੂੰ ਅਸੀਂ ਕਹਿੰਦੇ ਏਜ ਡਿਸਟਰੀਬਿਊਸ਼ਨ। ਇੱਥੇ ਪੋਪੂਲੇਸ਼ਨ ਦੇ ਵਿੱਚ ਅਸੀਂ 3 ਏਜ ਗਰੁੱਪ ਬਣਾਉਂਦੇ ਹਾਂ ਸਟੂਡੈਂਟਸ, ਪ੍ਰੀ ਰਿਪਰੋਡਕਟਿਵ, ਰਿਪਰੋਡਕਟਿਵ ਅਤੇ ਪੋਸਟ ਰਿਪਰੋਡਕਟਿਵ। ਪ੍ਰੀ ਰਿਪਰੋਡਕਟਿਵ ਮੀਨਸ ਬਰਥ ਤੋਂ ਲੈ ਕੇ, ਮੀਨਸ ਜਿਹੜੇ ਯੰਗ ਵਨਸ ਨੇ ਉਹ ਸਾਰੇ ਦੇ ਵਿੱਚ ਆ ਜਾਣਗੇ ਟਿਲ ਸੈਕਸ਼ੂਅਲ ਮੈਚਿਓਰਿਟੀ, ਜਦ ਤੱਕ ਉਹ ਸੈਕਸ਼ੂਅਲੀ ਮੈਚਿਓਰ ਨਹੀਂ ਹੋ ਜਾਂਦੇ। ਦੈਨ ਇਜ਼ ਰਿਪਰੋਡਕਟਿਵ ਵੈਨ ਦੇ ਬਿਕਮ ਸੈਕਸ਼ੂਅਲੀ ਮੈਚਿਓਰ। ਉਹ ਰਿਪਰੋਡਕਟਿਵ ਜਦੋਂ ਦੇ ਬਿਕਮ ਮੈਚਿਓਰ ਐਂਡ ਦੇ ਗਿਵ ਬਰਥ ਟੂ ਯੰਗ ਵਨ। ਅਤੇ ਉਸ ਤੋਂ ਬਾਅਦ ਵਾਲੀ ਕਿਹੜੀ ਆ ਜਾਏਗੀ? ਪੋਸਟ ਰਿਪਰੋਡਕਟਿਵ। ਉਸ ਤੋਂ ਬਾਅਦ ਵਾਲੀ ਸਟੇਜ ਹੈ, ਉਹ 'ਚ ਸੈਨੀਸੈਂਸ ਆ ਜਾਂਦੀ ਹੈ, ਮਤਲਬ ਏਜਡ ਪੀਪਲ, ਹੈ ਨਾ, ਉਹ ਚੀਜ਼ ਆ ਜਾਂਦੀ ਹੈ। ਪ੍ਰੀ ਰਿਪਰੋਡਕਟਿਵ, ਰਿਪਰੋਡਕਟਿਵ ਅਤੇ ਪੋਸਟ ਰਿਪਰੋਡਕਟਿਵ, ਰਾਈਟ? ਸੋ ਇਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿੰਨੀ ਪਰਸੈਂਟੇਜ ਆਫ ਆਰਗੇਨਿਜ਼ਮ ਇਹਨਾਂ ਤਿੰਨਾਂ ਕੈਟੇਗਰੀ, ਇਹਨਾਂ ਤਿੰਨਾਂ ਗਰੁੱਪ 'ਚ ਫਾਲ ਕਰਦੇ ਹੋ, ਏਜ ਡਿਸਟਰੀਬਿਊਸ਼ਨ ਕਹਿਲਾਉਂਦੀ ਹੈ। ਦੈਨ ਸਾਡੇ ਕੋਲ 5th ਆ ਗਿਆ ਏਜ ਗਰੁੱਪਸ, ਏਜ ਪਿਰਾਮਿਡਸ। ਏਜ ਡਿਸਟਰੀਬਿਊਸ਼ਨ ਅਸੀਂ ਪੜ੍ਹ ਲਈ, ਏਜ ਪਿਰਾਮਿਡਸ। ਸੋ ਬੱਚੋ 3 ਤਰ੍ਹਾਂ ਦੇ ਸਾਡੇ ਕੋਲ ਏਜ ਪਿਰਾਮਿਡਸ ਹੁੰਦੇ ਨੇ, ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਐਕਸਪੈਂਡਿੰਗ। ਕਿਹੜੀ ਤਰ੍ਹਾਂ ਦੀ ਪੋਪੂਲੇਸ਼ਨ? ਐਕਸਪੈਂਡਿੰਗ, ਜਿਹਦੇ 'ਚ ਅਸੀਂ ਟਰਾਇਐਂਗੂਲਰ ਸਾਡੇ ਕੋਲ ਇੱਕ ਪਿਰਾਮਿਡ ਬਣਿਆ। ਦੈਨ ਆ ਗਿਆ ਸਟੇਬਲ ਪੋਪੂਲੇਸ਼ਨ, ਜਿਸ 'ਚ ਸਾਡੇ ਕੋਲ ਇੱਕ ਬੈਲ ਸ਼ੇਪਡ ਪਿਰਾਮਿਡ ਬਣਿਆ। ਦੈਨ ਆ ਗਿਆ ਡਿਕਲਾਈਨਿੰਗ ਪੋਪੂਲੇਸ਼ਨ, ਜਿਹਦੇ ਵਿੱਚ ਸਾਡੇ ਕੋਲ ਇੱਕ ਅਰਨ ਸ਼ੇਪਡ, ਬੱਚੋ ਅਰਨ ਹੁੰਦਾ ਇੱਕ ਵਾਸ, ਇੱਕ ਤੁਸੀਂ ਜਿਹਦਾ ਇੱਕ ਫਲਾਰ ਵਾਸ ਹੁੰਦਾ ਨਾ, ਜਿਹੜਾ ਵਿਚ ਇਜ਼ ਬਰੋਡਰ ਫਰੋਮ ਦ ਬੇਸ ਐਂਡ ਉਹਦੀ ਜਿਹੜੀ ਨੈਕ ਹੁੰਦੀ ਉਹ ਪਤਲੀ ਜੀ ਹੁੰਦੀ, ਕਲਸ਼ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਅਰਨ ਸ਼ੇਪਡ ਹੋ ਗਿਆ। ਹੁਣ ਅਸੀਂ ਕੱਲਾ ਏਜ ਪਿਰਾਮਿਡ ਡਿਸਕਸ ਕਰਾਂਗੇ।
ਤੁਸੀਂ ਦੇਖ ਸਕਦੇ ਹੋ ਮੈਂ 3 ਏਜ ਜਿਹੜੇ ਗਰੁੱਪ ਸੀਗੇ ਪ੍ਰੀ ਰਿਪਰੋਡਕਟਿਵ, ਰਿਪਰੋਡਕਟਿਵ ਤੇ ਪੋਸਟ ਰਿਪਰੋਡਕਟਿਵ ਮੈਂ ਉਹ ਡਰਾ ਕਰ ਦਿੱਤੇ ਹੈ। ਸੋ ਅਸੀਂ ਹੁਣ ਦੇਖਾਂਗੇ ਐਕਸਪੈਂਡਿੰਗ ਪੋਪੂਲੇਸ਼ਨ ਦੇ ਵਿੱਚ ਸਾਡੇ ਕੋਲ ਕੀ ਹੁੰਦਾ। ਸੋ ਸਟੂਡੈਂਟਸ, ਐਕਸਪੈਂਡਿੰਗ ਪੋਪੂਲੇਸ਼ਨ ਦੇ ਵਿੱਚ ਸਾਡੇ ਕੋਲ ਕੀ ਹੈ, ਵੈਨ ਨੰਬਰ ਆਫ ਪ੍ਰੀ ਰਿਪਰੋਡਕਟਿਵ ਇੰਡੀਵਿਜੂਅਲਸ ਫॉर्म्स ਲਾਰਜੈਸਟ ਗਰੁੱਪ। ਅਗਰ ਤੁਸੀਂ ਇਸ ਗ੍ਰੈਫ ਨੂੰ, ਇਸ ਪਿਰਾਮਿਡ ਨੂੰ ਦੇਖੋ, ਤੁਹਾਨੂੰ ਦਿਖ ਰਿਹਾ ਹੈਗਾ ਜਿਹੜਾ ਮੈਂ ਰੈੱਡ ਕਲਰ ਨਾਲ ਡਰਾ ਕੀਤਾ ਹੈ, ਪ੍ਰੀ ਰਿਪਰੋਡਕਟਿਵ ਸਭ ਤੋਂ ਵੱਡਾ ਹੈ। ਜਿਹੜਾ ਤੁਸੀਂ ਕਹਿ ਸਕਦੇ ਹੋ ਇਹ ਗ੍ਰੈਫ ਹੈ, ਉਹਦੇ ਵਿੱਚ ਇੱਕ ਕਹਿ ਲਓ ਇਸ ਪਿਰਾਮਿਡ ਦੇ ਵਿੱਚ ਸਭ ਤੋਂ ਨੀਚੇ ਆਪਾਂ ਵੱਡੀ ਚੀਜ਼ ਬਣਾਈ ਨਾ, ਪ੍ਰੀ ਰਿਪਰੋਡਕਟਿਵ ਵਾਲੇ ਏਜ ਗਰੁੱਪ ਦੇ ਇੰਡੀਵਿਜੂਅਲ ਜ਼ਿਆਦਾ ਨੇ, ਰਿਪਰੋਡਕਟਿਵ ਵਾਲੇ ਉਸ ਤੋਂ ਘੱਟ, ਪੋਸਟ ਰਿਪਰੋਡਕਟਿਵ ਵਾਲੇ ਉਸ ਤੋਂ ਘੱਟ। ਇਹ ਹੁੰਦੀ ਬੱਚੋ ਐਕਸਪੈਂਡਿੰਗ ਪੋਪੂਲੇਸ਼ਨ। ਕਿਹੜੀ ਪੋਪੂਲੇਸ਼ਨ ਹੁੰਦੀ ਹੈ? ਐਕਸਪੈਂਡਿੰਗ ਪੋਪੂਲੇਸ਼ਨ। ਤੇ ਇਹਦੀ ਸ਼ੇਪ ਕੀ ਹੈ? ਟ੍ਰਾਇੰਗੂਲਰ। ਐਂਡ ਅਸੀਂ ਇਹਨੂੰ ਪੋਜ਼ਿਟਿਵ ਗਰੋਥ ਵੀ ਕਹਿੰਦੇ ਹਾਂ ਬੱਚੋ। ਕੀ ਬੋਲਦੇ ਹਾਂ? ਕਿ ਪੋਜ਼ਿਟਿਵ ਗਰੋਥ ਹੋ ਰਹੀ ਹੈ। ਠੀਕ ਹੈ ਜੀ, ਪੋਜ਼ਿਟਿਵ ਹੈ। ਜੇ ਪ੍ਰੀ ਰਿਪਰੋਡਕਟਿਵ ਜ਼ਿਆਦਾ ਨੇ ਇੱਥੇ ਤਾਂ ਪ੍ਰੀ ਰਿਪਰੋਡਕਟਿਵ ਵਾਲੇ ਲੇਟਰ ਔਨ ਰਿਪਰੋਡਕਟਿਵ ਬਣਨਗੇ, ਰਾਈਟ ਹੈ ਨਾ। ਤੇ ਪੋਸਟ ਰਿਪਰੋਡਕਟਿਵ ਤਾਂ ਏਜਡ ਹੋ ਚੁੱਕੇ ਹੈ, ਤਾਂ ਇਸ ਕਰਕੇ ਉਹ ਤਾਂ ਨਿਕਲਣਾ ਹੀ ਹੈ ਨਾ। ਸੋ ਪੋਜ਼ਿਟਿਵ ਗਰੋਥ ਇਸ ਕਰਕੇ ਕਹਿੰਦੇ ਕਿਉਂਕਿ ਪ੍ਰੀ ਰਿਪਰੋਡਕਟਿਵ ਜ਼ਿਆਦਾ ਨੇ। ਠੀਕ ਹੈ ਜੀ ਬੱਚੋ। ਸੈਕਿੰਡ ਸਾਡੇ ਕੋਲ ਕੀ ਆ ਗਈ? ਸਟੇਬਲ ਪੋਪੂਲੇਸ਼ਨ ਔਰ ਬੈਲ ਸ਼ੇਪਡ ਪੋਪੂਲੇਸ਼ਨ। ਹੁਣ ਤੁਸੀਂ ਇਹਦੇ ਵਿੱਚ ਖੁਦ ਦੇਖ ਸਕਦੇ ਹੋ ਇਹ 'ਚ ਕੀ ਹੈ, ਪ੍ਰੀ ਰਿਪਰੋਡਕਟਿਵ ਤੇ ਰਿਪਰੋਡਕਟਿਵ ਤਕਰੀਬਨ ਬਰਾਬਰ ਨੇ। ਪ੍ਰੀ ਰਿਪਰੋਡਕਟਿਵ ਤੇ ਰਿਪਰੋਡਕਟਿਵ ਤਕਰੀਬਨ ਕੀ ਨੇ? ਬਰਾਬਰ ਨੇ। ਇਹੋ ਜਿਹੀ ਪੋਪੂਲੇਸ਼ਨ ਗਰੋਥ ਨੂੰ ਅਸੀਂ ਜ਼ੀਰੋ ਪੋਪੂਲੇਸ਼ਨ ਗਰੋਥ ਕਹਿੰਦੇ ਹਾਂ। ਕੀ ਬੋਲਦੇ ਹਾਂ? ਜ਼ੀਰੋ ਪੋਪੂਲੇਸ਼ਨ ਗਰੋਥ। ਠੀਕ ਹੈ ਜੀ। ਵਾਈ ਜ਼ੀਰੋ ਪੋਪੂਲੇਸ਼ਨ ਗਰੋਥ? ਕਿਉਂਕਿ ਪ੍ਰੀ ਰਿਪਰੋਡਕਟਿਵ ਵੀ ਉਨੇ ਹੀ ਹੈ ਤਾਂ ਰਿਪਰੋਡਕਟਿਵ ਵੀ ਉਨੇ ਬਰਾਬਰ ਹੀ ਹੈ। ਸੋ ਜ਼ੀਰੋ ਪੋਪੂਲੇਸ਼ਨ ਗਰੋਥ। ਜੇ ਇਹਦੇ ਤੋਂ, ਜੇ ਇਹ ਵਾਲੇ ਸਭ ਤੋਂ ਜ਼ਿਆਦਾ ਹੋਣ ਤੇ ਇਹ ਘੱਟ ਹੋਣ ਫਿਰ ਪੋਜ਼ਿਟਿਵ ਗਰੋਥ ਹੁੰਦੀ ਹੈ। ਠੀਕ ਹੈ ਜੀ। ਥਰਡ ਸਾਡੇ ਕੋਲ ਆ ਗਿਆ ਡਿਕਲਾਈਨਿੰਗ ਪੋਪੂਲੇਸ਼ਨ। ਹੁਣ ਡਿਕਲਾਈਨਿੰਗ ਪੋਪੂਲੇਸ਼ਨ 'ਚ ਫਿਰ ਅਸੀਂ ਪਿਰਾਮਿਡ ਤੋਂ ਦੇਖ ਸਕਦੇ, ਗ੍ਰੈਫ ਤੋਂ ਦੇਖ ਸਕਦੇ ਕੀ ਹੈ, ਜਦੋਂ ਨੰਬਰ ਆਫ ਰਿਪਰੋਡਕਟਿਵ, ਸੈਂਟਰ ਵਾਲੇ ਦੇਖੋ ਬਲੂ ਵਾਲੇ, ਰਿਪਰੋਡਕਟਿਵ ਇੰਡੀਵਿਜੂਅਲ ਇਜ਼ ਮੋਰ ਦੈਨ ਪ੍ਰੀ ਰਿਪਰੋਡਕਟਿਵ। ਠੀਕ ਹੈ ਜੀ। ਤੁਸੀਂ ਜੇ ਧਿਆਨ ਨਾਲ ਇਸ ਗ੍ਰੈਫ ਨੂੰ ਦੇਖੋ ਤਾਂ ਜਿਹੜਾ ਮਿਡਲ ਵਾਲਾ ਪਾਰਟ ਹੈ ਸਭ ਤੋਂ ਜ਼ਿਆਦਾ ਹੈ। ਰਿਪਰੋਡਕਟਿਵ ਪ੍ਰੀ ਰਿਪਰੋਡਕਟਿਵ ਤੋਂ ਵੀ ਜ਼ਿਆਦਾ ਹੈ, ਮਤਲਬ ਰਿਪਰੋਡਕਟਿਵ ਵਾਲੇ ਸਭ ਤੋਂ ਜ਼ਿਆਦਾ ਹੈ। ਠੀਕ ਹੈ ਜੀ। ਸੋ ਇਹਨੂੰ ਅਸੀਂ ਕੀ ਬੋਲਦੇ ਹਾਂ ਸਟੂਡੈਂਟਸ? ਨੈਗੇਟਿਵ ਗਰੋਥ। ਕਿਉਂਕਿ ਨੈਗੇਟਿਵ ਗਰੋਥ ਤਾਂ ਕਿਹਾ ਜਾ ਰਿਹਾ ਕਿਉਂਕਿ ਪ੍ਰੀ ਰਿਪਰੋਡਕਟਿਵ ਨੇ ਉਹਨੇ ਹੌਲੀ ਹੌਲੀ ਪੋਸਟ ਵਿੱਚ ਚਲੇ ਜਾਣਾ ਹੈ, ਤਾਂ ਉਹ ਤਾਂ ਨੈਗੇਟਿਵ ਹੋ ਗਿਆ ਨਾ, ਨੈਗੇਟਿਵ ਗਰੋਥ। ਠੀਕ ਹੈ ਜੀ। ਸੋ ਇਹ 3 ਤਰ੍ਹਾਂ ਦੀ ਪੋਪੂਲੇਸ਼ਨਸ ਅਸੀਂ ਪੜ੍ਹ ਲਈਆਂ, ਐਕਸਪੈਂਡਿੰਗ, ਸਟੇਬਲ ਐਂਡ ਡਿਕਲਾਈਨਿੰਗ। ਤੁਸੀਂ ਦੇਖ ਰਹੇ ਹੋ ਇਹ 'ਚ ਚੀਜ਼ ਐਕਸਪੈਂਡ ਕਰ ਰਹੀ, ਐਕਸਪੈਂਡ ਕੌਣ ਕਰ ਰਿਹਾ? ਪੋਪੂਲੇਸ਼ਨ ਐਕਸਪੈਂਡ ਕਰ ਰਹੀ ਕਿਉਂਕਿ ਪ੍ਰੀ ਰਿਪਰੋਡਕਟਿਵ ਵਾਲੇ ਜ਼ਿਆਦਾ ਹੈ। ਹੌਲੀ ਹੌਲੀ ਮੈਚਿਓਰ ਹੋਣਗੇ ਨਾ ਸਾਰੇ ਤਾਂ ਰਿਪਰੋਡਕਟਿਵ ਵਿੱਚ ਆ ਜਾਣਗੇ। ਸੋ ਪੋਜ਼ਿਟਿਵ ਗਰੋਥ ਹੈ। ਸਟੇਬਲ ਦੇ ਵਿੱਚ ਸਾਡੇ ਕੋਲ ਕੀ ਹੈ? ਜ਼ੀਰੋ, ਕਿਉਂਕਿ ਪ੍ਰੀ ਰਿਪਰੋਡਕਟਿਵ ਤੇ ਰਿਪਰੋਡਕਟਿਵ ਬਰਾਬਰ ਨੇ। ਇਹਦੇ 'ਚ ਕੀ ਹੈ? ਡਿਕਲਾਈਨ ਕਰ ਰਹੀ ਹੈ, ਨੈਗੇਟਿਵ ਗਰੋਥ ਹੋ ਰਹੀ ਕਿਉਂਕਿ ਰਿਪਰੋਡਕਟਿਵ ਵਾਲੇ ਜ਼ਿਆਦਾ ਨੇ, ਇਹ ਘੱਟ ਨੇ। ਹੁਣ ਇਹ ਘੱਟ ਨੇ ਤੇ ਅੱਗੇ ਵੀ ਤਾਂ ਘੱਟ ਹੀ ਜਾਣਗੇ ਨਾ। ਸੋ ਇਹ ਚੀਜ਼ ਕਿਹੜੀ ਗਰੋਥ ਸ਼ੋ ਕਰਦੀ? ਨੈਗੇਟਿਵ ਗਰੋਥ। ਸੋ ਇਹ ਅਸੀਂ ਕੀ ਡਿਸਕਸ ਕੀਤਾ ਸਟੂਡੈਂਟਸ? ਏਜ ਪਿਰਾਮਿਡਸ। ਤੁਸੀਂ ਕੀ ਵੇਖਿਆ? ਕੀ ਹੈਗੇ ਏਜ ਪਿਰਾਮਿਡਸ? ਇੱਕ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈ ਡਿਫਰੈਂਟ ਏਜ ਗਰੁੱਪਸ ਦੀ। ਗ੍ਰਾਫਿਕਲੀ ਅਸੀਂ ਕੀ ਰਿਪਰੈਜ਼ੈਂਟ ਕੀਤਾ ਸਟੂਡੈਂਟਸ? ਡਿਫਰੈਂਟ ਏਜ ਗਰੁੱਪਸ ਲਾਈਕ ਪ੍ਰੀ ਰਿਪਰੋਡਕਟਿਵ ਐਂਡ ਪੋਸਟ ਰਿਪਰੋਡਕਟਿਵ। ਠੀਕ ਹੈ ਜੀ। 5 ਅਸੀਂ ਪੋਪੂਲੇਸ਼ਨ ਐਟਰੀਬਿਊਟਸ 'ਚ 5 ਪੁਆਇੰਟ ਕਰ ਲਏ। ਹੁਣ ਅਸੀਂ 6th ਪੁਆਇੰਟ ਸਟੂਡੈਂਟ ਕਰਾਂਗੇ। ਉਹ ਸਾਡੇ ਕੋਲ ਹੈਗਾ ਬੜਾ ਇੱਕ ਇੰਪੋਰਟੈਂਟ ਡੈਫੀਨੇਸ਼ਨ ਹੁੰਦੀ ਹੈ, ਕੈਰਿੰਗ ਕਪੈਸਿਟੀ। ਕੈਰਿੰਗ ਕਪੈਸਿਟੀ ਇਹਨੂੰ ਅਸੀਂ ਕੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਅੱਛਾ ਸਟੂਡੈਂਟਸ ਦੇਖੋ, ਅਸੀਂ ਜ਼ਿਕਰ ਕਰਦੇ ਹਾਂ ਕਿਸੇ ਚੀਜ਼, ਕੋਈ ਜਗ੍ਹਾ ਐਸੀ ਜਿੱਥੇ ਇੰਡੀਵਿਜੂਅਲਸ ਰਹਿ ਰਹੇ, ਸਮਝ ਲਓ ਕਿ ਇੱਕ ਸਪੋਜ਼ ਯੂ ਹੈਵ ਵਨ ਰੂਮ ਜਿਹਦੇ 'ਚ 50 ਸਟੂਡੈਂਟਸ ਬੈਠ ਸਕਦੇ ਹੈ, ਉਹਦੀ ਕਪੈਸਿਟੀ 50 ਸਟੂਡੈਂਟਸ ਦੀ। ਜੇ ਮੈਂ ਉਹ 'ਚ 100-150 ਸਟੂਡੈਂਟ ਬਿਠਾ ਦਾਂ, ਗਲਤ ਹੈ ਨਾ। ਉਹਦੀ ਆਪਣੀ ਇੱਕ ਕੈਰਿੰਗ ਕਪੈਸਿਟੀ ਹੈ। ਤਿਵੇਂ ਸਟੂਡੈਂਟ ਸਾਡੇ ਇਨਵਾਇਰਮੈਂਟ ਦੀ, ਸਾਡੀ ਅਰਥ ਦੀ ਇੱਕ ਕੈਰਿੰਗ ਕਪੈਸਿਟੀ ਹੈ। ਜੇ ਅਸੀਂ ਉਹਦੇ ਤੋਂ ਜ਼ਿਆਦਾ ਇੰਡੀਵਿਜੂਅਲ ਇੱਥੇ ਆਉਣ ਲੱਗ ਜਾਂਦੇ ਹਾਂ ਫਿਰ ਸਾਡੇ ਰਿਸੋਰਸਿਸ 'ਚ ਪ੍ਰੋਬਲਮ ਆਉਂਦੀ, ਤਾਂ ਹੀ ਤਾਂ ਰਿਸੋਰਸਿਸ ਘਟਦੇ ਜਾਂਦੇ ਆ। ਸੋ ਵਾਟ ਐਕਚੁਅਲੀ ਇਜ਼ ਕੈਰਿੰਗ ਕਪੈਸਿਟੀ? ਮੈਕਸੀਮਮ ਨੰਬਰ ਆਫ ਇੰਡੀਵਿਜੂਅਲਸ, ਕਿੰਨੇ ਮੈਕਸੀਮਮ ਇੰਡੀਵਿਜੂਅਲਸ ਪ੍ਰੈਜ਼ੈਂਟ ਨੇ ਕਿਸੇ ਪੋਪੂਲੇਸ਼ਨ ਦੇ, that can be sustained indefinitely
indefinitely in a given habitat, in a given habitat। देखो जिवें मैं तुहानूं दस के हटी, कोई एक पर्टिकुलर हैबिटेट है, कोई एक पर्टिकुलर की है साडे कोल स्टूडेंट्स, हैबिटेट एक निवास है। हुण मैं ये तो नहीं कह सकती ना कि उस जगह ते अनलिमिटेड पीपल आ जूगे, अनलिमिटेड पॉपूलेशन उत्थे रह जूगी, नो। मैक्सीमम किन्ने इंडिविजुअल्स उत्थे रह सकते हैं या सर्वाइव कर सकते हैं। हुण सर तुसी कहोगे जगह जे ज़्यादा तो फिर तो काफ़ी कर लैणगे, पर रिसोर्सिस भी तो उत्थे लिमिटेड ने ना। उन्ने रिसोर्सिस दे विच उस जगह ते किन्ने इंडिविजुअल मैक्सीमम आ सकते हैं, ओहदी कैरिंग कैपेसिटी हुंदी किसी पर्टिकुलर हैबिटेट की, जिन्हों असीं के ना रिप्रजेंट करते हैं। ठीक है जी, कैरिंग कैपेसिटी जिहड़ी मैक्सीमम है, जिन्हों असीं के ना रिप्रजेंट करते हैं, उत्थे ग्रोथ रेट 0 हो जाता है। ठीक है जी, कैरिंग कैपेसिटी किसी भी जगह पर मतलब उत्थे मैक्सीमम नंबर ऑफ इंडिविजुअल जिन्हें आ सकते हैं, उत्थे असीं की कहने आ, ग्रोथ दा रेट कितना हो जाता है, 0। एट के ग्रोथ रेट इज़ इक्वल टू 0, क्योंकि मैक्सीमम जिन्ने इंडिविजुअल आ सकते थे उन्ने आ गए ना, तो फिर ग्रोथ रेट तो 0 ही है। तो जे तुसी कैरिंग कैपेसिटी तो भी ज़्यादा वैल्यू ले लो, मतलब जे तुहाडा के दी वैल्यू कैरिंग कैपेसिटी जिन्नी मैक्सीमम इंडिविजुअल आने चाहिए उस तो भी ज़्यादा आ जाए, फिर समझ लियो उस पॉइंट ते पॉपूलेशन का साइज़ घटना शुरू हो जाएगा। क्यों घटना शुरू हो जाएगा, क्योंकि उस जगह की जिन्नी कैरिंग कैपेसिटी से उस तो वध असीं इंडिविजुअल उत्थे या उस तो वध पॉपूलेशन उत्थे कैरी कर ली, उहदे नाल की है जिन्ने रिसोर्सिस, हुण इदां आपां बिना रिसोर्सिस तो जिंदा नहीं रह सकते ना, तो जिन्ने रिसोर्सिस अवेलेबल ने उहदे विच जिन्नी इंडिविजुअल आ जाएंगे, ठीक है, जो वध होणगे तो पॉपूलेशन घटनी शुरू हो जाएगी। सो दिस वॉज कैरिंग कैपेसिटी। सो नैक्सट असी 7th जिहड़ा पॉइंट डिस्कस करन जा रहे हैं स्टूडेंट्स, वो साडे कोल हैगा पॉपूलेशन डेंसिटी। ठीक है जी, की टॉपिक है साडे कोल नैक्सट, पॉपूलेशन डेंसिटी। सो लेट अस डिस्कस द डेफिनेशन ऑफ population density. So listen, what is population density? Population density is the number of individuals of a species per unit area or volume। किसी एक पर्टिकुलर स्पीशी दे किन्ने इंडिविजुअल पर यूनिट एरिया च प्रेजेंट ने या पर यूनिट वॉल्यूम च प्रेजेंट ने, वो पॉपूलेशन डेंसिटी है। ठीक है जी, वो कोई भी तरह की पॉपूलेशन हो सकती है। किसी पर्टिकुलर पॉपूलेशन की पॉपूलेशन डेंसिटी असीं किवें कढदे हैं, पर यूनिट एरिया, एक यूनिट एरिया दे विच असीं एक यूनिट एरिया ले लिया, ठीक है, ਉਹਦੇ ਵਿੱਚ किन्ने इंडिविजुअल उस पॉपूलेशन दे उस स्पीशीज़ दे प्रेजेंट ने, दैट इज़ पॉपूलेशन डेंसिटी। असीं ਇਹਨੂੰ ਕੀ बोलते हैं, पॉपूलेशन डेंसिटी। ठीक है जी, ਹੁਣ ਅਸੀਂ ਕਰਾਂਗੇ पॉपूलेशन डेंसिटी ਦਾ ਇੱਕ ਫਾਰਮੂਲਾ। पॉपूलेशन डेंसिटी इज़ इक्वल टू N/S। पॉपूलेशन डेंसिटी इज़ इक्वल टू N/S। ये की है, नंबर ऑफ इंडिविजुअल्स इन एन एरिया, तो एक ही है नंबर ऑफ यूनिट एरियाज इन अ रीजन। तुसी भी इत्थे कर लो इन रीजन। ठीक है, एक रीजन दे विच किन्ने इंडिविजुअल्स ने डिवाइडेड बाय किन्ने यूनिट एरिया तुसी लए है, मतलब आ एक रीजन है पूरा, ਉਹਦੇ 'ਚ ਆਪਾਂ ਇੱਕ यूनिट एरियाज़ बना ले ना, ਜਿਹਦੇ 'ਚ ਆਪਾਂ नंबर ऑफ इंडिविजुअल काउंट करने हैं। सो किन्ने इदां दे यूनिट एरिया बराबर दे बनाने हैं, किन्ने इदां दे यूनिट एरिया तुसी लए वो थल्ले रखना है, तो उस एक या एक पूरे रीजन च कह लो, आ रीजन है ना, नंबर ऑफ इंडिविजुअल्स इन अ रीजन, किन्ने इंडिविजुअल ने इस रीजन च उत्ते रख लो, डिवाइडेड बाय इदां दे तुसी किन्ने यूनिट एरियाज़ लए ने, ਉਹਦੇ ਨਾਲ डिवाइड कर दो, ਤੁਹਾਡਾ ਕੀ कैलकुलेट हो जाऊगा, पॉपूलेशन डेंसिटी। ठीक है जी, एक छोटी जी गल होर दस दें, पॉपूलेशन डेंसिटी 3 चीज़ों पर डिपेंड करती है, नंबर एंड काइंड ऑफ इंडिविजुअल्स, किन्ने इंडिविजुअल्स ने ते किन्नी किहड़े तरह के ने। पॉपूलेशन डेंसिटी 3 चीज़ों पर डिपेंड करती है, नंबर एंड काइंड ऑफ इंडिविजुअल्स, नंबर 2 स्पेस, किन्नी जगह है, अ गिवन स्पेस और एन एरिया, तो थर्ड हैगा साडे को स्टूडेंट्स टाइम।
तीन चीज़ां ते पॉपूलेशन डेंसिटी निर्भर करती है, नंबर एंड काइंड ऑफ इंडिविजुअल्स, अ गिवन स्पेस और एन एरिया, दैन इज टाइम। तीन चीज़ां ते जिहड़ी पॉपूलेशन डेंसिटी है वो डिपेंड करती है। ठीक है जी। हुण नैक्सट जिहड़ा असीं टॉपिक स्टार्ट करन जा रहे हैं स्टूडेंट्स, वो है साडे कोल पॉपूलेशन ग्रोथ। नैक्सट जिहड़ा स्टूडेंट्स असीं टॉपिक स्टार्ट करन जा रहे हो साडे कोल की है पॉपूलेशन ग्रोथ। मीनस कि पॉपूलेशन दे विच किहड़ियां चीज़ां ने जिहड़ी पॉपूलेशन नूं ग्रो करांदियां। ਇਹਦੇ ਵਿੱਚ स्टूडेंट्स ਅਸੀਂ चार ਡੈਫੀਨੇਸ਼ਨ ਜਾਂ चार ਤੁਸੀਂ ਕਹਿ ਲਓ ਚੀਜ਼ਾਂ ਦੇ ਨਾਲ ਮੈਜਰ ਕਰਾਂਗੇ ਕਿ ਪੋਪੂਲੇਸ਼ਨ ਵੱਧ ਰਹੀ ਹੈ, ਘਟ ਰਹੀ ਹੈ, ਕੀ ਫਰਕ ਪੈ ਰਿਹਾ। ਠੀਕ ਹੈ ਜੀ। ਨਟੈਲਿਟੀ, ਮੋਰਟੈਲਿਟੀ, ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ। ਠੀਕ ਹੈ स्टूडेंट्स, चार चीज़ां ने साडे कोल, नटैलिटी, मॉर्टैलिटी, इमीग्रेशन ते एमीग्रेशन। नटैलिटी असी कर ली बर्थ रेट, नटैलिटी असी की कर ली बर्थ रेट। मॉर्टैलिटी असी कर ली डैथ रेट। जिहड़ा आए वाला इमीग्रेशन है उहदे विच की है, जिहड़े कोई इंडिविजुअल किसी होर जगह तो किसी पर्टिकुलर हैबिटेट दे विच आण। ई वाला एमीग्रेशन के इंडिविजुअल जिहड़े हैबिटेट नूं लैफ्ट कर जाण, छड्ड जाण ते किसी होर जगह ते जाके वस जाण या उत्थे रह लैण। मैं रिपीट करदी हां, आए वाला इमीग्रेशन मीनस कित्थों होरों इंडिविजुअल आके हैबिटेट दे विच सैटल कर जाण। ठीक है जी। असीं इहनूं इदां याद रखदे हां, आई मीनस आओ, ई मीनस जाओ। आई एंड ई मीनस जदों एक पर्टिकुलर हैबिटेट च इंडिविजुअल आके सैटल हो जाण। ई इमीग्रेशन मीनस जे पर्टिकुलर हैबिटेट चों लैफ्ट करके किते होर जाके सैटल हो जाण। ठीक है जी। और होर जाके रहण लग जाण, असीं ऐं कह सकदे हां। हुण आपां इत्थे देखांगे किस इन्हां चारां चों किहदे नाल पॉपूलेशन दी ग्रोथ प्लस हुंदी है ते किहदे नाल माइनस हुंदी है। तुसीं कह लो किहदे नाल पॉपूलेशन डेंसिटी वधदी है तो किहदे नाल पॉपूलेशन डेंसिटी घटदी है। ओके, फस्ट जे मैं कहां बर्थ रेट, जे मैं कहां बर्थ रेट और नटैलिटी, इहदे नाल पॉपूलेशन वधेगी कि घटेगी? बर्थ हो रहा तो वधेगी, इत्थे मैं प्लस पा दिंदी हां। फिर आपां करांगे आए वाला इमीग्रेशन। हुण इहदे नाल की है, किसी जगह तो ऑर्गेनिज्म आके एक पर्टिकुलर हैबिटेट च वसे ने, वधे है ना, प्लस। दैन आ गया स्टूडेंट्स डैथ रेट, जिन्हों असी मॉर्टैलिटी भी कहने हैं। ठीक है जी। हुण इहदे विच की है, डैथ हुई है, ऑबवियसली पॉपूलेशन डेंसिटी घटेगी। नैक्सट आ गया साडे कोल एमीग्रेशन। इहदे विच की है, किसी पर्टिकुलर हैबिटेट तो पॉपूलेशन जाके किसी होर जगह ते वस रही है, घट निकल रही है ना उस हैबिटेट चों, ये भी की हो गया नैगेटिव। सो असी की देखिया, ਇਹ दो चीज़ां पॉपूलेशन डेंसिटी घटा रही ने, तो यह दो चीज़ां पॉपूलेशन डेंसिटी वधा रही ने। ठीक है जी। सो दिस वॉज ऑल अबाउट पॉपूलेशन ग्रोथ, दिस वॉज ऑल अबाउट पॉपूलेशन ग्रोथ। सो लास्ट जिहड़ा पॉपूलेशन एट्रीब्यूट्स च साडे कोल रह गया वो है ग्रोथ मॉडल्स। सो ग्रोथ मॉडल्स बेटा दो तरह के असीं डिस्कस करने ने। एक जे ग्रोथ मॉडल है जिन्होंने असीं एक्सपोनेंशियल ग्रोथ मॉडल भी कहने हैं, एंड वन इज़ लॉजिस्टिक ग्रोथ मॉडल, एस शेप्ड ग्रोथ मॉडल और सिगमॉइड ग्रोथ मॉडल। सो सब तो पहला असीं पढ़न जा रहे हैं एक्सपोनेंशियल ग्रोथ और जे ग्रोथ। हुण स्टूडेंट्स बहुत ध्यान नाल सुणना इहदे विच की हुंदा है। सपोज एक जगह ते ऑर्गेनिज्म रह रहे हैं अलग अलग स्पीशीज़ के, राइट, ਜਿਹੜੇ ਉਹਨਾਂ ਦੇ ਆਲੇ ਦੁਆਲੇ ਰਿਸੋਰਸਿਸ ਨੇ ਫੂਡ ਐਂਡ ਸਪੇਸ ਉਹ ਅਨਲਿਮਿਟਿਡ ਹੈ, ਕੋਈ ਲਿਮਿਟ ਨਹੀਂ। ਕੀ ਹੋਏਗਾ? ਪੋਪੂਲੇਸ਼ਨ ਬਹੁਤ ਤੇਜ਼ੀ ਨਾਲ ਗਰੋ ਕਰੇਗੀ। ਵਾਈ? ਕਿਉਂਕਿ ਰਿਸੋਰਸਿਸ ਖੁੱਲ੍ਹੇ ਮਿਲ ਰਹੇ ਨੇ। ਈਵਨ ਡਾਰਵਿਨ ਨੇ ਇਹ ਵੀ ਕਿਹਾ ਹੈ ਕਿ ਜੇ ਈਵਨ ਸਲੋ ਗਰੋਇੰਗ ਐਨੀਮਲ ਵੀ ਕੋਈ ਲੈ ਲਈਏ, ਜਿਵੇਂ ਐਲੀਫੈਂਟ ਲੈ ਲਈਏ, ਸਲੋ ਗਰੋ ਕਰਦਾ ਹੈ ਨਾ, ਜੇ ਉਹਨੂੰ ਵੀ ਅਨਲਿਮਿਟਿਡ ਫੂਡ ਸਪੇਸ ਵਗੈਰਾ ਮਿਲੀ ਜਾਏ ਨਾ, ਉਹਦਾ ਵੀ ਨੰਬਰ ਬਹੁਤ ਜ਼ਿਆਦਾ ਵੱਧ ਜਾਊਗਾ ਸਮੇਂ ਦੇ ਨਾਲ। ਸੋ ਇਸ ਗਰੋਥ ਨੂੰ ਅਸੀਂ ਕੀ ਕਹਿੰਦੇ ਹਾਂ?
ਪੋਪੂਲੇਸ਼ਨ ਐਕਸਪੋਨੈਂਸ਼ੀਅਲੀ ਗਰੋ ਕਰਦੀ ਹੈ, ਇਨੋਰਮਸ, ਬਹੁਤ ਜ਼ਿਆਦਾ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਪੋਪੂਲੇਸ਼ਨ ਗਰੋ ਕਰ ਜਾਂਦੀ, ਕਿਉਂਕਿ ਚੈੱਕ ਹੀ ਨਹੀਂ ਹੈ ਨਾ, ਇਨਵਾਇਰਨਮੈਂਟ ਚੈੱਕ ਹੀ ਨਹੀਂ ਕਰਦੀ ਪਈ। ਇਨਵਾਇਰਨਮੈਂਟ ਕੀ ਦੇ ਰਹੀ, ਅਨਲਿਮਿਟਿਡ ਰਿਸੋਰਸਿਸ ਦੇ ਰਹੀ ਹੈ। ਠੀਕ ਹੈ ਜੀ। ਹੁਣ ਇਹਦੇ ਲਈ ਇੱਕ ਅਸੀਂ ਕਰ ਲੈਂਦੇ ਹਾਂ dN/dt। ਠੀਕ ਹੈ ਜੀ। ਇੱਕ ਇਕੁਏਸ਼ਨ ਹੈ dN/dt ਇਜ਼ ਇਕੁਅਲ ਟੂ b ਮਾਈਨਸ d ਇੰਟੂ n। ਇਹ ਐਕਸਪੋਨੈਂਸ਼ੀਅਲ ਗਰੋਥ ਦੀ ਇਕੁਏਸ਼ਨ ਹੈ। b ਮਾਈਨਸ ਡੀ ਨੂੰ ਅਸੀਂ r ਵੀ ਲਿਖ ਸਕਦੇ ਹਾਂ। ਹੁਣ ਮੈਂ ਨੀਚੇ ਲਿਖ ਦਿੱਤਾ ਇਹ ਟਰਮਸ ਕੀ ਨੇ। n ਅਸੀਂ ਆਲਰੇਡੀ ਕਰ ਚੁੱਕੇ ਹਾਂ, ਪੋਪੂਲੇਸ਼ਨ ਡੈਂਸਿਟੀ ਔਰ ਸਾਈਜ਼, ਬਰਥ ਰੇਟ, d ਡੈਥ ਰੇਟ, b ਬਰਥ ਰੇਟ, d ਡੈਥ ਰੇਟ, r ਕੀ ਹੈ, ਕਿੰਨਾ ਨੈਚੁਰਲ ਇਨਕਰੀਜ਼ ਹੋਇਆ, ਸਪੀਡ ਕਿੰਨੀ ਹੈ, ਰੇਟ ਕਿੰਨੀ ਹੈ, b ਮਾਈਨਸ ਡੀ ਕਰਕੇ ਕੱਢ ਲਓ, ਉਹ ਆ ਜਾਏਗਾ r। ਸੋ ਇਹ ਗ੍ਰੈਫ ਹੈ ਸਾਡੇ ਕੋਲ, ਜਿਹਦੇ 'ਚ ਮੈਂ ਦੋਨੋਂ ਕਰਵਸ ਦਿਖਾਉਂਗੀ। ਪਹਿਲਾਂ ਮੈਂ ਜੇ ਸ਼ੇਪਡ ਵਾਲੀ ਦਿਖਾ ਦਾਂ, ਫਸਟ ਵਾਲੀ, ਫਿਰ ਆਪਾਂ ਲੇਟਰ ਔਨ ਸੈਕਿੰਡ ਵਾਲੀ ਕਰਾਂਗੇ। ਫਸਟ ਸਾਡੇ ਕੋਲ ਪਹਿਲਾਂ ਅਸੀਂ ਗ੍ਰੈਫ ਦੇਖ ਲਈਏ। ਇੱਕ ਪਾਸੇ ਅਸੀਂ ਰੱਖਿਆ ਪੋਪੂਲੇਸ਼ਨ ਡੈਂਸਿਟੀ, ਇੱਕ ਪਾਸੇ ਅਸੀਂ ਰੱਖਿਆ ਟਾਈਮ। ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਜਿਹੜੀ ਮੈਂ ਰੈੱਡ ਪੈਨ ਨਾਲ ਡਰਾ ਕੀਤੀ ਹੈ, ਇਹ ਐਕਸਪੋਨੈਂਸ਼ੀਅਲ ਗਰੋਥ ਹੈ, ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ। ਵਾਏ? ਕਿਉਂਕਿ ਕੁਦਰਤ, ਨੇਚਰ ਚੈੱਕ ਨਹੀਂ ਕਰ ਰਹੀ, ਉਹ ਅਨਲਿਮਿਟਿਡ ਰਿਸੋਰਸਿਸ ਦੇ ਰਹੀ ਹੈ ਜਿਹੜੇ ਆਰਗੈਨਿਜ਼ਮਸ ਨੇ। ਸੋ ਇਸ ਕਰਕੇ ਪੋਪੂਲੇਸ਼ਨ ਤਾਂ ਵਧਣੀ ਹੈ ਤੇਜ਼ੀ ਨਾਲ, ਥੋੜ੍ਹੇ ਸਮੇਂ 'ਚ ਤੇਜ਼ੀ ਨਾਲ ਪੋਪੂਲੇਸ਼ਨ ਵੱਧ ਰਹੀ ਹੈ। ਉਹ ਕੀ ਹੈ ਸਾਡੇ ਕੋਲ, ਜੇ ਸ਼ੇਪਡ ਕਰਵ। ਇਹ ਜਿਹੜਾ ਮੈਂ ਲਗਾਇਆ ਕੈਰਿੰਗ ਕਪੈਸਿਟੀ, ਕਿ ਮੈਕਸਿਮਮ ਕਿੰਨੇ ਇੰਡੀਵਿਜੂਅਲ ਆ ਸਕਦੇ ਨੇ ਵਿੱਚ। ਸੈਕਿੰਡ ਅਸੀਂ ਹੁਣ ਪਹਿਲਾਂ ਡਿਸਕਸ ਕਰ ਲਈ ਹੈ ਕਿ ਫਿਰ ਅਸੀਂ ਉਹਦਾ ਗ੍ਰੈਫ ਦੇਖਦੇ ਹਾਂ, ਲੌਜਿਸਟਿਕ ਗਰੋਥ ਔਰ ਐਸ ਸ਼ੇਪਡ ਔਰ ਸਿਗਮੋਇਡ ਗਰੋਥ। ਹੁਣ ਇਹਦੇ ਵਿੱਚ ਕੀ ਹੈ, ਜਿਸ ਜਗ੍ਹਾ 'ਤੇ ਇੰਡੀਵਿਜੂਅਲ ਰਹਿ ਰਹੇ ਨੇ, ਜਿਸ ਏਰੀਆ 'ਚ ਜਾਂ ਜਿਸ ਰੀਜਨ ਦੇ ਵਿੱਚ ਰਿਸੋਰਸਿਸ ਆਰ ਨੋਟ ਲਿਮਿਟਡ, ਰਿਸੋਰਸਿਸ ਆਰ ਲਿਮਿਟਡ, ਆਮ ਸੌਰੀ, ਰਿਸੋਰਸਿਸ ਆਰ ਨੋਟ, ਇੱਥੇ ਅਨਲਿਮਿਟਿਡ ਲਿਖ ਲਓ ਜਾਂ ਇੱਦਾਂ ਲਿਖ ਲਓ ਰਿਸੋਰਸਿਸ ਆਰ ਲਿਮਿਟਡ। ਠੀਕ ਹੈ ਜੀ। ਰਿਸੋਰਸਿਸ ਲਿਮਿਟਡ ਨੇ, ਜਾਂ ਇੱਥੇ ਅਸੀਂ ਇੱਕ ਟਰਮ ਲਿਖ ਦਿੰਦੇ ਰਿਸੋਰਸਿਸ ਆਰ ਨੋਟ ਅਨਲਿਮਿਟਡ। ਮਤਲਬ ਜਿਹੜੇ ਰਿਸੋਰਸਿਸ ਅਵੇਲੇਬਲ ਨੇ ਉਹ ਅਨਲਿਮਿਟਡ ਨਹੀਂ ਨੇ, ਥੋੜ੍ਹੇ ਨੇ, ਲਿਮਿਟਡ ਨੇ। ਹੁਣ ਜੇ ਥੋੜ੍ਹੇ ਹੋਣਗੇ ਤਾਂ ਜਿਹੜੇ ਉੱਥੇ ਇੰਡੀਵਿਜੂਅਲਸ ਰਹਿ ਰਹੇ ਨੇ, ਡਿਫਰੈਂਟ ਸਪੀਸ਼ੀ ਨੇ, ਉਹਨਾਂ 'ਚ ਕੰਪੀਟੀਸ਼ਨ ਆ ਜਾਊਗਾ। ਕਿਵੇਂ ਦਾ ਕੰਪੀਟੀਸ਼ਨ, ਕਿ ਕੌਣ ਖਾਣਾ ਲਏਗਾ, ਕਿਉਂਕਿ ਹਰ ਇੱਕ ਨੂੰ ਸਰਵਾਈਵਲ ਦੇ ਲਈ ਖਾਣਾ ਚਾਹੀਦਾ, ਜਗ੍ਹਾ ਚਾਹੀਦੀ ਹੈ। ਸੋ ਦੇ ਕੰਪੀਟ ਵਿਦ ਈਚ ਅਦਰ, ਉਹ ਕੰਪੀਟ ਕਰਨਗੇ ਜਗ੍ਹਾ ਲਈ, ਖਾਣੇ ਲਈ। ਠੀਕ ਹੈ ਜੀ। ਸੋ ਉਹ ਕੁਦਰਤ ਦੇ ਵਿੱਚ ਬੱਚੋ ਕਿਸੇ ਵੀ ਜਗ੍ਹਾ 'ਤੇ, ਕਿਸੇ ਵੀ ਨਿਵਾਸ ਦੇ ਵਿੱਚ ਇੰਨੇ ਕੁ ਰਿਸੋਰਸਿਸ ਹੁੰਦੇ ਨੇ ਕਿ ਉਹ ਮੈਕਸਿਮਮ ਪੋਸੀਬਲ ਨੰਬਰ ਆਫ ਆਰਗੈਨਿਜ਼ਮ ਨੂੰ ਸਪੋਰਟ ਕਰ ਸਕਣ। ਪਰ ਜੇ ਇੰਡੀਵਿਜੂਅਲ ਉਹਦੇ ਤੋਂ ਵੱਧ ਜਾਣਗੇ ਫਿਰ ਫਰਦਰ ਗਰੋਥ ਪੋਸੀਬਲ ਨਹੀਂ ਹੈ, ਕਿਉਂਕਿ ਰਿਸੋਰਸਿਸ ਘਟਣੇ ਵੀ ਹੈ, ਮੁੱਕਣੇ ਵੀ ਹੈ। ਤਾਂ ਹੀ ਆਪਾਂ ਅੱਜ ਕੱਲ੍ਹ ਦੇਖਦੇ ਹਾਂ, ਕਿਉਂਕਿ ਜੇ ਹੁਣ ਪੋਪੂਲੇਸ਼ਨ ਬਹੁਤ ਤੇਜ਼ੀ ਨਾਲ ਰਾਈਜ਼ ਕਰ ਰਹੀ ਹੈ ਸਟੂਡੈਂਟਸ, ਸੋ ਵਾਟ ਵੀ ਓਬਜ਼ਰਵ ਇਜ਼, ਅਸੀਂ ਕੀ ਓਬਜ਼ਰਵ ਕਰਦੇ ਹਾਂ, ਕਦੀ ਕਹਿੰਦੇ ਆ ਜੀ ਵਾਟਰ ਲੈਵਲ ਘੱਟ ਗਿਆ, ਗਰਾਊਂਡ ਵਾਟਰ ਲੈਵਲ, ਕਦੀ ਕਹਿੰਦੇ ਨੇ ਜੀ ਇਹ ਹਰ ਰਿਸੋਰਸਿਸ ਨੂੰ ਅਸੀਂ ਕਹਿੰਦੇ ਕਿ ਘੱਟ ਰਿਹਾ, ਸਾਨੂੰ ਰਿਸੋਰਸਿਸ ਪੂਰੇ ਨਹੀਂ, ਔਰ ਆਉਣ ਵਾਲੇ ਸਮੇਂ 'ਚ ਹੋਰ ਪੋਪੂਲੇਸ਼ਨ ਐਕਸਪਲੋਜਨ ਹੁੰਦਾ ਗਿਆ ਤਾਂ ਅਸੀਂ ਹੋਰ ਘੱਟ ਹੋ ਜਾਣਗੇ ਸਾਡੇ ਕੋਲ ਰਿਸੋਰਸਿਸ। ਤਾਂ ਹੀ ਇਹ ਚੀਜ਼ ਐਕਚੁਅਲ ਹੈ ਕਿ ਰਿਸੋਰਸਿਸ ਲਿਮਿਟਿਡ ਨੇ, ਤਾਂ ਪੋਪੂਲੇਸ਼ਨ ਵੀ ਇੱਕ ਚੈੱਕ ਹੋਣਾ ਚਾਹੀਦਾ ਪੋਪੂਲੇਸ਼ਨ 'ਤੇ ਵੀ, ਨਹੀਂ ਤਾਂ ਫਿਰ ਜੇ ਪੋਪੂਲੇਸ਼ਨ ਹੋਰ ਵਧੇਗੀ ਔਰ ਕੈਰਿੰਗ ਕਪੈਸਿਟੀ ਤੋਂ ਵੱਧ ਗਈ, ਇਹ ਲਿਮਿਟ ਕੈਰਿੰਗ ਕਪੈਸਿਟੀ ਹੈ, ਇਹ ਤੋਂ ਵੱਧ ਗਈ ਤਾਂ ਰਿਸੋਰਸਿਸ ਘਟਣੇ ਸ਼ੁਰੂ ਹੋ ਜਾਣਗੇ। ਸੋ ਸਟੂਡੈਂਟਸ, ਇਸ ਤੋਂ ਬਾਅਦ ਅਸੀਂ ਇਹਦਾ ਇੱਕ ਗ੍ਰਾਫ ਪੜ੍ਹ ਲੈਂਦੇ ਹਾਂ, ਡਿਸਕਸ ਕਰ ਲੈਂਦੇ ਹਾਂ। ਸੋ ਇਹਦੇ 4 ਫੇਜ਼ਸ ਨੇ ਇਸ ਗ੍ਰਾਫ ਦੇ, ਲੈਗ ਫੇਜ਼, ਲੌਗ ਫੇਜ਼, ਡਿਕਲਾਈਨਿੰਗ ਫੇਜ਼ ਤੇ ਸਟੇਸ਼ਨਰੀ ਫੇਜ਼। ਲੈਗ ਫੇਜ਼ ਬਿਲਕੁਲ ਸ਼ੁਰੂਆਤ ਵਿੱਚ ਆਉਂਦਾ ਹੈ, ਜਦੋਂ ਰਿਸੋਰਸਿਸ, ਤੁਹਾਨੂੰ ਪਤਾ ਹੀ ਹੈ ਰਿਸੋਰਸਿਸ ਉਨੇ ਕੀ ਹੈ, ਕੰਪੀਟੀਸ਼ਨ ਚੱਲ ਰਿਹਾ, ਲੈਗ ਫੇਜ਼ ਹੈ। ਲੌਗ ਫੇਜ਼ ਦੇ ਵਿੱਚ ਕੀ ਹੈ, ਪੋਪੂਲੇਸ਼ਨ ਵੱਧ ਰਹੀ ਹੈ, ਪੋਪੂਲੇਸ਼ਨ ਕੀ ਕਰ ਰਹੀ ਹੈ ਜੀ, ਇਨਕਰੀਜ਼ ਕਰ ਰਹੀ ਹੈ। ਉਸ ਤੋਂ ਬਾਅਦ ਕਿਹੜਾ ਫੇਜ਼ ਆ ਜਾਣਾ ਜੀ, ਡਿਕਲਾਈਨਿੰਗ ਫੇਜ਼। ਫਿਰ ਉਹ ਚੀਜ਼ ਹੌਲੀ ਜਿਹੀ ਥੋੜ੍ਹੀ ਜਿਹੀ ਘਟੂਗੀ, ਦੈਨ ਉਹ ਸਟੇਬਲ ਹੋ ਜਾਏਗੀ, ਆਹ ਦੇਖੋ ਸਟੇਸ਼ਨਰੀ ਹੋ ਜਾਊਗੀ, ਰੁਕ ਜਾਊਗੀ। ਠੀਕ ਹੈ ਜੀ। ਸੋ ਲੈਗ ਫੇਜ਼ ਗਰੋਥ ਹੈ ਪਰ ਸਲੋ ਹੈ, ਸ਼ੁਰੂਆਤ ਹੈ। ਲੌਗ ਦੇ ਵਿੱਚ ਗਰੋਥ ਵੱਧ ਰਹੀ ਹੈ, ਉਸ ਤੋਂ ਬਾਅਦ ਥੋੜ੍ਹੀ ਜਿਹੀ ਗਰੋਥ ਘਟੇਗੀ, ਦੈਨ ਕੌਨਸਟੈਂਟ ਹੋ ਜੂਗੀ, ਇਹਨੂੰ ਸਟੇਸ਼ਨਰੀ ਕਹਿੰਦੇ, ਜਦੋਂ ਕੈਰਿੰਗ ਕਪੈਸਿਟੀ ਆ ਗਈ ਉਦੋਂ ਕੌਨਸਟੈਂਟ ਹੋ ਗਈ। ਸੋ ਇਹ ਹੈ ਸਾਡੇ ਕੋਲ ਕਿਹੜਾ, ਲੌਜਿਸਟਿਕ ਐਸ ਸ਼ੇਪਡ ਔਰ ਸਿਗਮੋਇਡ ਗਰੋਥ ਕਰਵ। ਇਹਦਾ ਅਸੀਂ ਇਹ ਦੇਖ ਲੈਂਦੇ, ਇਹਦੀ ਇਕੁਏਸ਼ਨ ਦੇਖ ਲੈਂਦੇ ਹਾਂ। ਵਰਲਹਰਸਟ ਪਰਲ ਲੌਜਿਸਟਿਕ ਗਰੋਥ ਵੀ ਕਹਿੰਦੇ ਨੇ, dN/dt is equal to Rnk minus n/k, where n population density, t time, r rate of natural increase, intrinsic rate of natural increase ਜਿਹੜੀ ਅਸੀਂ ਹੁਣੇ ਕਰਕੇ ਆਏ b minus d ਨਾਲ ਅਸੀਂ ਕੱਢ ਸਕਦੇ ਹਾਂ, and where n ਤਾਂ ਅਸੀਂ ਕਰ ਲਿਆ population density, k is what is k, carrying
ਕਪੈਸਿਟੀ। ਸੋ ਇਹ ਦੋ ਤਰ੍ਹਾਂ ਦੇ ਸਾਡੇ ਕੋਲ ਕੀ ਨੇ ਗਰੋਥ ਮਾਡਲਸ। ਇੱਕ 'ਚ ਗਰੋਥ ਅਨਲਿਮਿਟਿਡ ਹੈ, ਸੌਰੀ ਰਿਸੋਰਸਿਸ ਅਨਲਿਮਿਟਿਡ ਨੇ, ਗਰੋਥ ਤੇਜ਼ੀ ਨਾਲ ਹੋ ਰਹੀ ਹੈ। ਇੱਕ ਵਿੱਚ ਬਾਹਰਲੇ ਰਿਸੋਰਸਿਸ ਲਿਮਿਟਿਡ ਨੇ, ਤਾਂ ਗਰੋਥ ਇੱਕਦਮ ਨਹੀਂ ਵਧੀ ਜਾਣੀ ਇੱਕ ਸਮੇਂ 'ਤੇ ਡਿਕਲਾਈਨ ਵੀ ਕਰੇਗੀ ਅਤੇ ਸਟੇਸ਼ਨਰੀ ਵੀ ਹੋਏਗੀ। ਸੋ ਦਿਸ ਇਜ਼ ਆਲ ਅਬਾਊਟ growth models।